एक महात्मा ਨੂੰ ਉਸਦੇ ਇੱਕ ਸੇਵਕ ਨੇ ਪੁੱਛਿਆ ਕਿ ਸੰਜੀ ਇਹ ਦੁਨੀਆ ਕਿਸ ਆਸਰੇ ਚੱਲਦੀ ਹੈ। ਤੇ ਸੰਜੀ ਨੇ ਉੱਤਰ ਦਿੱਤਾ ਕਿ ਦੁਨੀਆ ਸੂਰਜ ਦੇ ਨਾਲ ਚੱਲਦੀ ਹੈ। ਸੇਵਕ ਕਹਿਣ ਲੱਗਾ ਜੇ ਸੂਰਜ ਨਾ ਹੋਵੇ, ਕਹਿਣ ਲੱਗਾ ਫਿਰ ਚੰਦਰਮਾ ਦੇ ਨਾਲ ਚੱਲਦੀ ਹੈ। ਕਹਿਣ ਲੱਗਾ ਜੇ ਚੰਦਰਮਾ ਵੀ ਨਾ ਹੋਵੇ, ਸੂਰਜ ਨੂੰ ਨਾ ਹੋਵੇ, ਤੇ ਮਹਾਤਮਾ ਜੀ ਕਹਿਣ ਲੱਗੇ ਫਿਰ ਮਨੁੱਖ ਅੱਗ ਬਾਲ ਕੇ ਆਪਣਾ ਕੰਮ ਸਾਰ ਲੈਂਦਾ। ਸੇਵਕ ਨੇ ਫਿਰ ਸਵਾਲ ਕਰ ਦਿੱਤਾ ਕਿ ਸੂਰਜ ਨਾ ਹੋਵੇ, ਚੰਦਰਮਾ ਨਾ ਹੋਵੇ, ਅੱਗ ਵੀ ਨਾ ਹੋਵੇ, ਫਿਰ ਇਹ ਮਨੁੱਖ ਕਿਸ ਆਸਰੇ ਚੱਲੇਗਾ। ਤੇ ਮਹਾਤਮਾ ਜੀ ਨੇ ਉੱਤਰ ਦਿੱਤਾ ਜਦੋਂ ਸੂਰਜ ਨਾ ਹੋਵੇ, ਚੰਦਰਮਾ ਨਾ ਹੋਵੇ, ਅੱਗ ਵੀ ਨਾ ਹੋਵੇ, ਮਨੁੱਖ ਦੇ ਅੰਦਰੋਂ ਇੱਕ ਗਿਆਨ ਪੈਦਾ ਹੁੰਦਾ ਹੈ ਜਿਸ ਦੇ ਆਸਰੇ ਫਿਰ ਮਨੁੱਖ ਆਪਣਾ ਜੀਵਨ ਬਤੀਤ ਕਰਦਾ ਹੈ। ਦਰਅਸਲ ਉਹ ਗਿਆਨ ਜਿਹਨੂੰ ਆਪਾਂ ਅਨੁਭਵੀ ਗਿਆਨ ਕਹਿੰਦੇ ਹਾਂ, ਉਹ ਮਨੁੱਖ ਦੇ ਅੰਦਰੋਂ ਜਦੋਂ ਪੈਦਾ ਹੁੰਦਾ ਹੈ, ਉਹ ਅਸਲੀ ਦਰਅਸਲ ਮਨੁੱਖ ਦੇ ਜੀਵਨ ਜਿਉਣ ਦਾ ਢੰਗ ਹੈ। ਅੱਜ ਦਾ ਯੁੱਗ ਜਿਸ ਨੂੰ ਆਪਾਂ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਕਹਿੰਦੇ ਹਾਂ, ਸੂਚਨਾ ਵਿਗਿਆਨ ਜਾਂ ਜਿਹਨੂੰ ਆਪਾਂ ਜਾਣਕਾਰੀ ਦਾ ਯੁੱਗ ਕਹਿੰਦੇ ਹਾਂ, ਮਨੁੱਖ ਸੋਚਦਾ ਹੈ ਕਿ ਮੇਰੀ ਜਾਣਕਾਰੀ ਨਾਲ ਹੀ ਸਭ ਕੁਝ ਚੱਲ ਰਿਹਾ। ਮਨੁੱਖ ਦੇ ਕੋਲ ਜਾਣਕਾਰੀ ਦੇ ਬੜੇ ਸਾਧਨ ਨੇ। ਕਦੀ ਸਮਾਂ ਸੀ ਕਿ ਇੱਕ ਇੱਕ ਚੀਜ਼ ਨੂੰ ਸਮਝਣ ਦੇ ਲਈ ਕਈ ਸਾਲ ਲੱਗ ਜਾਂਦੇ ਸਨ, ਕਈ ਜ਼ਿੰਦਗੀਆਂ ਲੱਗ ਜਾਂਦੀਆਂ ਸਨ, ਕਈ ਗ੍ਰੰਥ ਪੜ੍ਹਨੇ ਪੈਂਦੇ ਸਨ। ਬਹੁਤ ਲੰਬੀ ਸਾਧਨਾ ਤੋਂ ਬਾਅਦ ਮਨੁੱਖ ਨੂੰ ਕੋਈ ਸੋਝੀ ਮਿਲਦੀ ਸੀ। ਅੱਜ ਮਨੁੱਖ ਨੇ ਇੰਨੇ ਕੁ ਸਾਧਨ ਬਣਾ ਲਏ ਨੇ, ਟੈਲੀਵਿਜ਼ਨ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਜਾਂ ਹੋਰ ਸਾਧਨਾਂ ਦੇ ਰਾਹੀਂ ਸਾਰੀ ਦੁਨੀਆ ਦੀ ਇਹ ਜਾਣਕਾਰੀ ਲੈ ਸਕਦਾ ਹੈ। ਕੁਝ ਦਿਨਾਂ 'ਚ ਨਹੀਂ, ਕੁਝ ਸਮੇਂ 'ਚ ਜਾਣਕਾਰੀ ਲੈ ਲੈਂਦਾ ਹੈ। ਫਿਰ ਉਹ ਜਾਣਕਾਰੀ ਨੂੰ ਇਹ ਵਾਰ-ਵਾਰ ਜਾਣ ਸਕਦਾ ਹੈ, ਦੇਖ ਸਕਦਾ ਹੈ। ਇਹ ਜੋ ਬਾਹਰਲੀ ਸੂਚਨਾ, ਇਹਨੂੰ ਆਪਾਂ ਜਾਣਕਾਰੀ ਕਹਿੰਦੇ, ਇਹ ਗਿਆਨ ਨਹੀਂ ਹੈ। ਜਿੰਨੀ ਮਨੁੱਖ ਦੇ ਅੰਦਰ ਬਾਹਰਲੀ ਜਾਣਕਾਰੀ ਜਾਂ ਸੂਚਨਾ ਵਧੀ, ਉਹਨਾਂ ਮਨੁੱਖ ਦੇ ਅੰਦਰ ਹੰਕਾਰ ਪੈਦਾ ਹੋ ਗਿਆ। ਜਾਣਕਾਰੀ ਮਨੁੱਖ ਦੇ ਅੰਦਰ ਹੰਕਾਰ ਪੈਦਾ ਕਰਦੀ ਹੈ, ਭਟਕਣਾ ਪੈਦਾ ਕਰਦੀ ਹੈ, ਮਨੁੱਖ ਦੇ ਅੰਦਰੋਂ ਇਨਸਾਨੀਅਤ ਨੂੰ ਖਤਮ ਕਰਦੀ ਹੈ। ਅੰਦਰੋਂ ਪੈਦਾ ਹੋਇਆ ਜਿਹੜਾ ਗਿਆਨ ਹੈ, ਉਹ ਮਨੁੱਖ ਦੇ ਅੰਦਰ ਨਿਰਮਾਣਤਾ ਪੈਦਾ ਕਰਦਾ ਹੈ, ਉਹ ਮਨੁੱਖ ਦੇ ਅੰਦਰ ਇਨਸਾਨੀਅਤ ਪੈਦਾ ਕਰਦਾ ਹੈ, ਉਹ ਮਨੁੱਖ ਦੇ ਅੰਦਰ ਸੰਤੋਖ ਪੈਦਾ ਕਰਦਾ ਹੈ। ਜਿਉਂ-ਜਿਉਂ ਮਨੁੱਖ ਦੇ ਕੋਲ ਜਾਣਕਾਰੀ ਆਈ, ਮਨੁੱਖ ਦੇ ਅੰਦਰ ਹੰਕਾਰ ਪੈਦਾ ਹੋ ਗਿਆ। ਜਿਸ ਮਨੁੱਖ ਦੇ ਕੋਲ ਬਹੁਤੀ ਜਾਣਕਾਰੀ ਹੈ, ਉਹ ਦੂਸਰੇ ਲੋਕਾਂ ਨੂੰ ਆਪਣੇ ਨਾਲੋਂ ਨੀਵੇਂ ਸਮਝਦਾ ਹੈ। ਜਿਨ੍ਹਾਂ ਮੁਲਕਾਂ ਦੇ ਕੋਲ ਬਹੁਤੀ ਟੈਕਨੋਲੋਜੀ ਹੈ, ਉਹ ਦੂਜੇ ਮੁਲਕਾਂ ਨੂੰ ਦਬਾਉਣਾ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਨੇ। ਬਾਹਰਲੀ ਜਾਣਕਾਰੀ ਜਿੰਨੀ ਵਧੀ, ਉਨੀ ਬੇਚੈਨੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਵੱਧ ਗਈ। ਦਰਅਸਲ ਮਨ ਦੀ ਸ਼ਾਂਤੀ ਜਾਂ ਮਨ ਦਾ ਆਨੰਦ ਪ੍ਰਾਪਤ ਕਰਨ ਦੇ ਲਈ ਮਨੁੱਖ ਦੇ ਕੋਲ ਅਨੁਭਵੀ ਗਿਆਨ ਹੋਣਾ ਬੜਾ ਜ਼ਰੂਰੀ ਹੈ। ਇਹ ਗਿਆਨ ਹਮੇਸ਼ਾ ਅੰਦਰੋਂ ਪੈਦਾ ਹੁੰਦਾ ਹੈ। ਬਾਹਰੋਂ ਜੋ ਮਿਲਦਾ ਹੈ ਉਹਨੂੰ ਆਪਾਂ ਜਾਣਕਾਰੀ ਕਹਿੰਦੇ ਹਾਂ, ਅੰਦਰੋਂ ਜੋ ਪੈਦਾ ਹੁੰਦਾ ਉਹਨੂੰ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ। ਮਨੁੱਖ ਨੇ ਦਰਅਸਲ ਇੱਕ ਭਰਮ ਪਾਲ ਲਿਆ ਕਿ ਇਹ ਜਾਣਕਾਰੀ ਹੀ ਗਿਆਨ ਹੈ। ਇਹ ਜਾਣਕਾਰੀ ਗਿਆਨ ਵਾਲੇ ਪਾਸੇ ਵਧਣ ਲਈ ਇੱਕ ਪੜਾਅ ਤਾਂ ਹੋ ਸਕਦੀ ਹੈ, ਇੱਕ ਕਦਮ ਤਾਂ ਹੋ ਸਕਦੀ ਹੈ, ਲੇਕਿਨ ਇਹ ਜਾਣਕਾਰੀ ਗਿਆਨ ਨਹੀਂ ਹੈ। ਕਿਉਂਕਿ ਜਾਣਕਾਰੀ ਦੇ ਨਾਲ ਹੰਕਾਰ ਪੈਦਾ ਹੋਇਆ। ਜਾਣਕਾਰੀ ਦੇ ਨਾਲ ਆਪਾਂ ਦੇਖਦੇ ਹਾਂ ਮਨੁੱਖ ਦੇ ਅੰਦਰ ਭਟਕਣਾ ਪੈਦਾ ਹੋਈ, ਕਲ ਕਲੇਸ਼ ਪੈਦਾ ਹੋਇਆ। ਜਦੋਂ ਮਨੁੱਖ ਦੇ ਅੰਦਰ ਗਿਆਨ ਪੈਦਾ ਹੁੰਦਾ ਹੈ ਨਾ, ਉਹਦੇ ਅੰਦਰੋਂ ਤ੍ਰਿਸ਼ਨਾ ਮੁੱਕਦੀ ਹੈ, ਉਹਦੇ ਅੰਦਰੋਂ ਭਟਕਣਾ ਮੁੱਕਦੀ ਹੈ, ਉਹਦੇ ਅੰਦਰ ਦੁਰਮਤ ਵਾਲੀ ਮਤ ਖਤਮ ਹੁੰਦੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਿਹਾ ਹੈ ਕਿ ਦੇਖੋ ਭਾਈ ਗਿਆਨ ਕੀ ਆਈ ਆਂधी, ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂधी, ਜੋ ਚਿੱਤੇ ਕੀ ਦੇ ਥੂਨ ਬਿਰਾਨੀ ਮੋਹਿ ਬਲੇਡਾ ਟੂਟਾ, ਤਿਸ਼ਨਾ ਛਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ। ਭਗਤ ਸਾਹਿਬ ਜੀ ਕਹਿੰਦੇ ਕਿ ਜਦੋਂ ਮਨੁੱਖ ਦੇ ਅੰਦਰ ਗਿਆਨ ਦੀ ਹਨੇਰੀ ਆਉਂਦੀ ਹੈ, ਉੱਥੋਂ ਦੁਰਮਤ, ਉੱਥੋਂ ਤ੍ਰਿਸ਼ਨਾ, ਉੱਥੋਂ ਮਾਇਆ ਦਾ ਪ੍ਰਭਾਵ, ਉੱਥੋਂ ਸਾਰੇ ਔਗਣ ਜਿਹੜੇ ਨੇ ਉਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਪਰ ਜਾਣਕਾਰੀ ਨਾਲ ਇਹ ਔਗਣ ਮਨੁੱਖ ਦੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਜਾਣਕਾਰੀ ਨਾਲ ਮਨੁੱਖ ਦੇ ਅੰਦਰੋਂ ਇਨਸਾਨ ਜਿਹੜਾ ਖੋਖਲਾ ਹੁੰਦਾ ਚਲਿਆ ਜਾਂਦਾ ਹੈ। ਗਿਆਨ ਵਾਲਾ ਮਨੁੱਖ ਜਿਹੜਾ ਅੰਦਰੋਂ ਭਰਦਾ ਚਲਿਆ ਜਾਂਦਾ ਹੈ, ਅੰਦਰੋਂ ਨਿਰਮਾਣ ਹੁੰਦਾ ਜਾਂਦਾ ਹੈ, ਅੰਦਰੋਂ ਮਹਾਨ ਹੁੰਦਾ ਚਲਿਆ ਜਾਂਦਾ ਹੈ। ਜਿਤਨੇ ਵੀ ਅਸੀਂ ਧਾਰਮਿਕ ਕਰਮ ਕਰਦੇ ਹਾਂ, ਇਹ ਗਿਆਨ ਪ੍ਰਾਪਤ ਕਰਨ ਦੇ ਲਈ ਨੇ। ਜਦੋਂ ਮਨੁੱਖ ਨੂੰ ਗਿਆਨ ਪ੍ਰਾਪਤ ਹੋ ਜਾਏ, ਫਿਰ ਉਹ ਧਾਰਮਿਕ ਕਰਮਾਂ ਦਾ ਹੰਕਾਰ ਨਹੀਂ ਕਰਦਾ। ਜੇ ਹੰਕਾਰ ਕਰ ਰਿਹਾ ਤਾਂ ਉਹ ਗਿਆਨਵਾਨ ਨਹੀਂ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ
ਕਹਿਣ ਲੱਗੇ ਜਿਵੇਂ ਬਨਸਪਤੀ ਨੂੰ ਫੁੱਲ ਲੱਗਦੇ ਨੇ, ਫੁੱਲ ਲੱਗਣ ਦਾ ਮਕਸਦ ਕਿ ਉਹਨੂੰ ਫਲ ਵੀ ਲੱਗੇ। ਜਦੋਂ ਫਲ ਲੱਗਦਾ ਹੈ ਫੁੱਲ ਝੜ ਜਾਂਦੇ ਨੇ। ਬਿਲਕੁਲ ਇੱਦਾਂ ਜਿਤਨੇ ਅਸੀਂ ਧਰਮ ਗ੍ਰੰਥ ਪੜ੍ਹਦੇ ਹਾਂ ਜਾਂ ਧਾਰਮਿਕ ਕਰਮ ਕਰਦੇ ਹਾਂ, ਇਹਦਾ ਅਰਥ ਹੈ ਕਿ ਸਾਨੂੰ ਗਿਆਨ ਹੋਵੇ। ਜਿਸ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ ਉਹ ਇਹਨਾਂ ਕਰਮਾਂ ਦੀ ਪਕੜ 'ਚ ਨਹੀਂ ਰਹਿੰਦਾ ਜਾਂ ਇਹਨਾਂ ਦਾ ਹੰਕਾਰ ਨਹੀਂ ਕਰਦਾ। ਭਗਤ ਜੀ ਦਾ ਅੰਮ੍ਰਿਤ ਬਚਨ ਹੈ ਕਿ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬਿਲਾਏ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮੇ ਨਾਸ। ਜਦੋਂ ਮਨੁੱਖ ਗਿਆਨਵਾਨ ਹੋ ਜਾਏ ਫਿਰ ਇਹਨਾਂ ਕਰਮਾਂ ਦਾ ਹੰਕਾਰ ਨਹੀਂ ਕਰਦਾ, ਇਹਨਾਂ ਦੇ ਨਾਲ ਪਕੜ ਨਹੀਂ ਰੱਖਦਾ। ਬਾਬਾ ਬੇਣੀ ਜੀ ਨੇ ਵੀ ਇੱਕ ਗੱਲ ਕਹੀ ਹੈ, ਉਹ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਗਿਆਨ ਪੈਦਾ ਹੁੰਦਾ ਅੰਦਰੋਂ ਦੁਰਮਤ ਮਿਟ ਜਾਂਦੀ ਹੈ, ਉਹਦੇ ਅੰਦਰ ਇੱਕ ਅੰਮ੍ਰਿਤ ਰਸ ਜਿਹੜਾ ਉਹ ਝਰਨਾ ਸ਼ੁਰੂ ਹੋ ਜਾਂਦਾ। ਉਪਜੇ ਗਿਆਨ ਦੁਰਮਤ ਮਤ ਸੀਜੈ, ਅੰਮ੍ਰਿਤ ਰਸ ਗਗਨੰਤਰ ਭੀਜੈ, ਇਸ ਕਲਾ ਜੋ ਜਾਣੇ ਪਿਓ ਭੇਟੇ ਤਾਸ ਪਰਮ ਗੁਰਦਿਓ। ਜਿਹੜਾ ਇਸ ਕਲਾ ਨੂੰ ਜਾਣ ਲੈਂਦਾ, ਇਸ ਭੇਤ ਨੂੰ ਜਾਣ ਲੈਂਦਾ, ਉਹ ਤੇ ਗੁਰਦੇਵ ਦੇ ਪ੍ਰਮਾਤਮਾ ਦੇ ਦੀਦਾਰ ਕਰ ਲੈਂਦਾ ਹੈ। ਗਿਆਨ ਮਨੁੱਖ ਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ, ਪਰ ਇਹ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਦੇ ਮਨੁੱਖ ਦੇ ਅੰਦਰ ਰਹੀ ਹੈ। ਪਰ ਮਨੁੱਖ ਭੁਲੇਖੇ ਵਸ ਜਾਣਕਾਰੀ ਨੂੰ ਹੀ ਗਿਆਨ ਸਮਝ ਲੈਂਦਾ ਹੈ। ਗੁਰਮਤਿ ਦੇ ਅੰਦਰ ਗਿਆਨ ਪ੍ਰਾਪਤ ਕਰਨ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਗੁਰਬਾਣੀ ਦੀ ਦਾਤ ਦਿੱਤੀ ਹੈ। ਸਮੇਂ-ਸਮੇਂ 'ਤੇ ਰੱਬੀ ਪਿਆਰਿਆਂ ਨੇ ਕੁਦਰਤ ਦੇ ਨਾਲ, ਪ੍ਰਕਿਰਤੀ ਨਾਲ, ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਅੰਦਰੋਂ ਵਿਸਮਾਦ ਵਿੱਚ ਪਹੁੰਚ ਕੇ ਜੋ ਰੱਬੀ ਗਿਆਨ ਸਾਨੂੰ ਦਿੱਤਾ, ਉਸ ਨੇ ਹਮੇਸ਼ਾ ਹੀ ਮਨੁੱਖ ਦੇ ਅੰਦਰ ਜਿਉਣ ਦਾ ਚਾਅ ਪੈਦਾ ਕੀਤਾ, ਤਰੋ-ਤਾਜ਼ਾ ਕਰ ਦਿੱਤਾ ਮਨੁੱਖਤਾ ਨੂੰ। ਜਦੋਂ ਆਪਾਂ ਨਜ਼ਰ ਮਾਰਦੇ ਹਾਂ ਕਿ ਧਰਮ ਦੀ ਦੁਨੀਆ ਦੇ ਅੰਦਰ ਜਾਂ ਇਸ ਸੰਸਾਰ ਦੇ ਅੰਦਰ ਬਹੁਤੀ ਮਨੁੱਖਤਾ ਦੇ ਅੰਦਰ ਹੀਣ ਭਾਵਨਾ ਪੈਦਾ ਕੀਤੀ ਗਈ। ਭਾਰਤ ਮੁਲਕ ਦੇ ਅੰਦਰ ਆਪਾਂ ਦੇਖਦੇ ਹਾਂ ਵਰਣ ਵੰਡ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਲੋਕਾਂ ਦੇ ਅੰਦਰ ਹੀਣ ਭਾਵਨਾ ਪੈਦਾ ਕਰ ਦਿੱਤੀ ਗਈ। ਜਿਸ ਇਨਸਾਨ ਦੇ ਅੰਦਰ ਹੀਣ ਭਾਵਨਾ ਹੋਏਗੀ, ਜਾਂ ਐਵੇਂ ਕਹਿ ਲਓ ਜਿਹਦੀ ਸੈਲਫ ਰਿਸਪੈਕਟ, ਜਿਹਦਾ ਸਤਿਕਾਰ ਨਹੀਂ ਹੋਏਗਾ, ਉਹ ਮਨੁੱਖ ਮੁਲਕ ਦੇ ਨਾਲ ਕਦੀ ਪਿਆਰ ਨਹੀਂ ਕਰੇਗਾ, ਉਹ ਕਿਸੇ ਦੇਸ਼ ਨਾਲ ਪਿਆਰ ਨਹੀਂ ਕਰੇਗਾ। ਭਾਰਤ ਦੀ ਗੁਲਾਮੀ ਦਾ ਕਾਰਨ ਇਹ ਹੈ ਕਿ ਇੱਥੋਂ ਦੇ ਧਾਰਮਿਕ ਲੋਕਾਂ ਨੇ ਮਨੁੱਖਤਾ ਨੂੰ ਗਿਆਨ ਦੇਣ ਦੀ ਬਜਾਏ ਕੇਵਲ ਮਨੁੱਖਤਾ ਦਾ ਸ਼ੋਸ਼ਣ ਕੀਤਾ। ਧਰਮ ਦੇ ਨਾਂ 'ਤੇ ਕਰਮਕਾਂਡ, ਧਰਮ ਦੇ ਨਾਂ 'ਤੇ ਪਖੰਡ, ਧਰਮ ਦੇ ਨਾਂ 'ਤੇ ਅਡੰਬਰ ਕਰਕੇ ਮਨੁੱਖਤਾ ਨੂੰ ਲੁੱਟਿਆ। ਰਾਜਨੀਤਿਕ ਲੋਕਾਂ ਨੇ ਵੀ ਆਪਣੇ ਰਾਜਤੰਤਰ ਨੂੰ ਚਲਾਉਣ ਲਈ ਲੋਕਾਂ ਅੰਦਰ ਹੀਣ ਭਾਵਨਾ ਪੈਦਾ ਕੀਤੀ। ਸਦੀਆਂ ਤੋਂ ਮੁਲਕ ਗੁਲਾਮ ਹੋ ਗਿਆ, ਔਰ ਇਹ ਗੁਲਾਮ ਹੀਣ ਭਾਵਨਾ ਵਾਲੇ ਜਿਹੜੇ ਲੋਕ ਨੇ ਉਹ ਕਦੀ ਜ਼ਿੰਦਗੀ ਦੇ ਅੰਦਰ ਆਜ਼ਾਦੀ ਦੀ ਗੱਲ ਸੋਚ ਹੀ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ, ਉਹਨਾਂ ਨੇ ਇਸ ਹੀਣ ਭਾਵਨਾ ਦੇ ਸਨਮੁਖ ਹੋ ਕੇ ਲੋਕਾਂ ਦੇ ਅੰਦਰ ਸਵੈਮਾਨ ਪੈਦਾ ਕੀਤਾ, ਲੋਕਾਂ ਦੇ ਅੰਦਰ ਜਿਉਣ ਦਾ ਚਾਅ ਪੈਦਾ ਕੀਤਾ। ਔਰ ਇੱਕ ਅਜਿਹਾ ਉੱਤਰੀ ਭਾਰਤ ਦੇ ਖਿੱਤੇ ਅੰਦਰ ਇੱਕ ਅਜਿਹਾ ਪੰਥ ਗੁਰੂ ਸਾਹਿਬਾਨ ਨੇ ਸਿਰਜਿਆ, ਜਿਸ ਨੇ ਆਪਣੇ ਅੰਦਰੋਂ ਗੁਰੂ ਕੀ ਬਾਣੀ ਦੇ ਰਾਹੀਂ ਬਖਸ਼ੇ ਹੋਏ ਗਿਆਨ ਰਾਹੀਂ ਕਾਤਰਤਾ ਨੂੰ ਬਾਹਰ ਕੱਢ ਦਿੱਤਾ। ਕਾਤਰਤਾ ਦਾ ਅਰਥ ਹੁੰਦਾ ਹੈ ਆਪਣੇ ਅੰਦਰ ਬੇਸਹਾਰਾ ਹੋਣ ਦਾ ਅਹਿਸਾਸ ਹੋ ਜਾਣਾ, ਆਪਣੇ ਅੰਦਰੋਂ ਬਿਲਕੁਲ ਨਿਮਾਣੇ ਜਾਂ ਨਿਰਾਸ਼ ਹੋਣ ਦਾ ਅਹਿਸਾਸ ਹੋ ਜਾਣਾ। ਜਿਸ ਵੇਲੇ ਗੁਰਮਤਿ ਨੇ ਗੁਰਬਾਣੀ ਦੀ ਦਾਤ ਦਿੱਤੀ, ਗੁਰੂ ਸਾਹਿਬ ਜੀ ਨੇ, ਗੁਰਬਾਣੀ ਮਨੁੱਖ ਦੇ ਅੰਦਰੋਂ ਕਾਤੁਰਤਾ ਨੂੰ, ਕਾਇਰਤਾ ਨੂੰ, ਬੁਝਦਿਲੀ ਨੂੰ ਖਤਮ ਕਰਦੀ ਹੈ। ਦੇਖੋ ਗੁਰਬਾਣੀ ਪੜ੍ਹਦੇ ਹਾਂ, ਸਾਡੇ ਅੰਦਰ ਇਹ ਗਿਆਨ ਪੈਦਾ ਹੁੰਦਾ ਹੈ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ, ਇੱਕ ਹੈ ਭਗਵਾਨ ਜਿਸ ਕੈ ਦੀਐ ਰਹੇ ਅਗਾਏ, ਬਹੁ ਨਾ ਤ੍ਰਿਸ਼ਨਾ ਲਾਗੇ ਆਏ, ਮਾਰੈ ਰਾਖੈ ਏਕੋ ਵਾ, ਮਾਨੁਕ ਹੈ ਕਿਛ ਨਹੀਂ ਆਤ। ਗਿਆਨਵਾਨ ਮਨੁੱਖ ਜਿਹੜਾ ਹੈ ਉਹ ਰੋਟੀ ਦੀ ਖਾਤਰ ਕਿਸੇ ਦੀ ਮੁਥਾਜਗੀ ਨਹੀਂ ਕਰਦਾ, ਕਿਸੇ ਦੀ ਖੁਸ਼ਾਮਦ ਨਹੀਂ ਕਰਦਾ, ਅਤੇ ਕਿਸੇ ਦੀ ਖੁਸ਼ਾਮਦ ਕਰਦਿਆਂ ਜ਼ਿੰਦਗੀ 'ਚ ਕਦੀ ਵੀ ਉਹ ਗਲਤ ਮਾਰਗ 'ਤੇ ਨਹੀਂ ਤੁਰਦਾ। ਜਦੋਂ ਮਨੁੱਖ ਖੁਸ਼ਾਮਦ ਕਰਨ ਲੱਗ ਜਾਏ ਨਾ, ਉਦੋਂ ਅੰਦਰੋਂ ਉਹ ਖੋਖਲਾ ਹੋਈ ਚਲਿਆ ਜਾਂਦਾ ਹੈ। ਗਿਆਨਵਾਨ ਮਨੁੱਖ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ। ਗਿਆਨਵਾਨ ਮਨੁੱਖ ਜਿਹੜਾ ਉਹ ਮੌਤ ਨੂੰ ਰੱਬ ਦੀ ਇੱਕ ਖੇਡ ਸਮਝਦਾ ਹੈ, ਉਹ ਮੌਤ ਤੋਂ ਡਰਦਾ ਨਹੀਂ ਹੈ, ਉਹ ਸਗੋਂ ਰੱਬ ਦੀ ਇੱਕ ਖੇਡ ਸਮਝਦਾ ਹੈ ਕਿ ਨਹਿ ਕਿਸ ਜਨਮੇ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਕਰੇ। ਇਹ ਗਿਆਨ ਗੁਰਬਾਣੀ ਰਾਹੀਂ ਗੁਰੂ ਸਾਹਿਬ ਨੇ ਬਖਸ਼ਿਆ, ਅਤੇ ਗੁਰੂ ਕੇ ਖਾਲਸੇ ਨੇ ਥੋੜ੍ਹੇ ਦੇ ਸਮੇਂ ਅੰਦਰ ਹਿੰਦੁਸਤਾਨ ਦੇ, ਭਾਰਤ ਦੇ ਉੱਤਰੀ ਖਿੱਤੇ ਵਿੱਚੋਂ ਗੁਲਾਮੀ ਦੇ ਜੂਲੇ ਨੂੰ ਲਾ ਕੇ ਪਰੇ ਸੁੱਟ ਦਿੱਤਾ, ਅਤੇ ਲੋਕਾਂ ਅੰਦਰ ਇੱਕ ਸਵੈਮਾਨ ਪੈਦਾ ਹੋਇਆ। ਲੋਕਾਂ ਦੇ ਅੰਦਰ ਇੱਕ ਜਿਉਣ ਦਾ ਚਾਅ ਪੈਦਾ ਹੋਇਆ।
ਗਿਆਨਵਾਨ ਮਨੁੱਖ ਜਦੋਂ ਗੁਰਬਾਣੀ ਰਾਹੀਂ ਕੋਈ ਮਨੁੱਖ ਅੰਦਰ ਸਹਿਜ ਵਿੱਚ ਪਹੁੰਚਦਾ, ਗੁਰੂ ਕਾ ਬਚਨ ਹੈ ਕਿ ਉਪਜੇ ਸਹਿਜ ਗਿਆਨ ਮਤ ਜਾਗੈ। ਸਹਿਜ ਦਾ ਅਰਥ ਹੁੰਦਾ ਆਤਮਿਕ ਅਡੋਲਤਾ। ਅੰਦਰ ਜਦੋਂ ਟਿਕਾਅ ਪੈਦਾ ਹੁੰਦਾ, ਅੰਦਰ ਜਦੋਂ ਆਪਾਂ ਆਪਣੇ ਆਪ ਨਾਲ ਇੱਕ ਸੁਰ ਹੁੰਦੇ ਹਾਂ, ਮਨੁੱਖ ਵਿਸਮਾਦ ਵਿੱਚ ਜਾਂਦਾ ਹੈ। ਵਿਸਮਾਦ ਵਿੱਚ ਜੁੜ ਕੇ ਉਹ ਪਰਮਾਤਮਾ 'ਚ ਲਿਵਲੀਨ ਹੋ ਜਾਂਦਾ ਹੈ। ਜਾਣਕਾਰੀ ਤੇ ਕੇਵਲ ਸਾਨੂੰ ਇਸ ਸੰਸਾਰ ਦੀ ਜਾਣਕਾਰੀ ਦਿੰਦੀ ਹੈ ਨਾ, ਬਾਹਰ ਦੀ ਜਿਹੜੀ ਟੈਕਨੋਲੋਜੀ ਹੈ। ਲੇਕਿਨ ਗਿਆਨਵਾਨ ਮਨੁੱਖ ਕਿੰਨਾ ਵਿਸ਼ਾਲ ਹੋ ਜਾਂਦਾ, ਆਪਾਂ ਦੇਖਦੇ ਹਾਂ। ਉਹ ਵਿਸਮਾਦ ਵਿੱਚ ਜਾ ਕੇ ਦੇਖਦਾ ਹੈ ਕਿ ਅਨੇਕਾਂ ਹੀ ਧਰਤੀਆਂ ਨੇ, ਅਨੇਕਾਂ ਹੀ ਚੰਦਰਮਾ ਨੇ, ਅਨੇਕਾਂ ਹੀ ਸੂਰਜ ਨੇ, ਅਨੇਕਾਂ ਹੀ ਪਵਨਾਂ ਨੇ, ਅਨੇਕਾਂ ਹੀ ਹੋਰ ਬਹੁਤ ਕੁਝ ਹੈ ਇਸ ਸੰਸਾਰ ਦੇ ਅੰਦਰ। ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਬਚਨ ਕਿਹਾ, ਕਿਤੇ ਪਾਉਣ ਪਾਣੀ ਬੈਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ, ਕਿਤੇ ਕਰਮ ਭੂਮੀ ਮੇਰ, ਕਿਤੇ ਧੂਪ ਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਮੰਡਲ ਦੇਸ਼। ਗਿਆਨਵਾਨ ਮਨੁੱਖ ਦੇਖਦਾ ਕਿ ਅਨੇਕਾਂ ਹੀ ਹਵਾਵਾਂ ਨੇ, ਅਨੇਕਾਂ ਹੀ ਧਰਤੀਆਂ ਨੇ, ਅਨੇਕਾਂ ਧਰਤੀਆਂ ਨੂੰ ਬਣਾਉਣ ਵਾਲੇ ਪਤਾ ਨਹੀਂ ਕਿੰਨੇ ਕੁ ਬ੍ਰਹਮਾ ਨੇ, ਕਿੰਨੇ ਕੁ ਇੰਦਰ ਨੇ, ਕਿੰਨੇ ਕੁ ਕਾਨ ਮਹੇਸ਼ ਬ੍ਰਹਿਮੰਡ ਦੇ ਅੰਦਰ ਤੁਰੇ ਫਿਰਦੇ ਨੇ। ਉਹ ਵਿਸਮਾਦ ਵਿੱਚ ਚਲਿਆ ਜਾਂਦਾ ਹੈ। ਗਿਆਨ ਖੰਡ ਵਿੱਚ ਜਾ ਕੇ ਉਹਦੇ ਅੰਦਰ ਗਿਆਨ ਪ੍ਰਚੰਡ ਹੋ ਜਾਂਦਾ। ਅਤੇ ਜਦੋਂ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਇਹ ਗੱਲ ਦੇਖਦਾ ਹੈ ਕਿ ਇਹ ਸਾਰੀ ਮਨੁੱਖਤਾ ਪਰਮਾਤਮਾ ਦੀ ਬਣਾਈ ਹੋਈ ਹੈ। ਗਿਆਨਵਾਨ ਮਨੁੱਖ ਇਸ ਗੱਲ ਤੋਂ ਉੱਚਾ ਉੱਠ ਜਾਂਦਾ ਹੈ ਕਿ ਕੌਣ ਕਿਸ ਵਰਣ ਦਾ ਹੈ, ਕੌਣ ਕਿਸ ਮਜ਼ਹਬ ਦਾ ਹੈ। ਉਹਦੇ ਲਈ ਤੇ ਦੇਹਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ। ਉਹ ਧਰਮ ਦੇ ਨਾਂ 'ਤੇ ਕੱਟੜਤਾ 'ਚ ਪੈ ਕੇ ਵੱਖਵਾਦ ਵਿੱਚ ਨਹੀਂ ਪੈਂਦਾ। ਉਹ ਹਰ ਮਨੁੱਖ ਦੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਦੇਖਦਾ ਹੈ। ਜਾਣਕਾਰੀ ਮਨੁੱਖ ਦੇ ਅੰਦਰ ਤੰਗਦਿਲੀ ਪੈਦਾ ਕਰਦੀ ਹੈ। ਜਾਣਕਾਰੀ ਮਨੁੱਖ ਦੇ ਅੰਦਰੋਂ ਕੇਵਲ ਇਨਸਾਨੀਅਤ ਨੂੰ ਖਤਮ ਕਰਦੀ ਹੈ। ਅੱਜ ਆਪਾਂ ਦੇਖਦੇ ਮਨੁੱਖ ਦੇ ਕੋਲ ਟੈਕਨੋਲੋਜੀ ਬਹੁਤ ਹੈ, ਸਾਧਨ ਬੜੇ ਨੇ ਜਾਣਕਾਰੀ ਦੇ, ਪਰ ਜਿਉਂ-ਜਿਉਂ ਸਾਧਨ ਵੱਧਦੇ ਗਏ ਤਿਉਂ ਮਨੁੱਖ ਤੰਗਦਿਲ ਹੁੰਦਾ ਗਿਆ। ਅੱਜ ਦੇ ਸਮੇਂ 'ਚ ਆਪਾਂ ਦੇਖਦੇ ਹਾਂ ਮਨੁੱਖ ਉਵੇਂ ਆਪਣੇ ਆਪ ਨੂੰ ਸੋਚਦਾ ਕਿ ਮੈਂ ਚੰਦਰਮਾ 'ਤੇ ਪਹੁੰਚ ਗਿਆ, ਦੂਜੀਆਂ ਧਰਤੀਆਂ 'ਤੇ ਪਹੁੰਚ ਗਿਆ, ਪਰ ਇਹਨੂੰ ਗੁਆਂਢੀਆਂ ਦਾ ਪਤਾ ਨਹੀਂ ਹੁੰਦਾ। ਮਨੁੱਖ ਸੋਚਦਾ ਹੈ ਕਿ ਮੈਂ ਬਹੁਤ ਵੱਡਾ ਵਿਕਾਸ ਕਰ ਲਿਆ, ਦਰਅਸਲ ਅੰਦਰੋਂ ਵਿਨਾਸ਼ ਚਲੇ ਗਿਆ। ਅੰਦਰਲਾ ਵਿਕਾਸ ਕੇਵਲ ਗਿਆਨ ਦੇ ਨਾਲ ਪ੍ਰਾਪਤ ਹੋਏਗਾ, ਬਾਹਰਲਾ ਵਿਕਾਸ ਬਾਹਰਲੀ ਜਾਣਕਾਰੀ ਨਾਲ ਹੋ ਸਕਦਾ ਹੈ, ਲੇਕਿਨ ਵਿਕਾਸ ਜਿਹੜਾ ਹੈ ਉਹ ਕੇਵਲ ਗਿਆਨ ਦੇ ਰਾਹੀਂ ਪੈਦਾ ਹੋਏਗਾ। ਮਨੁੱਖ ਨੇ ਬਾਹਰੋਂ ਪਦਾਰਥ ਬਹੁਤ ਇਕੱਤਰ ਕਰ ਲਏ, ਇਹਦੀਆਂ ਬੈਂਕਾਂ, ਇਹਦੀਆਂ ਜੇਬਾਂ ਭਰੀਆਂ ਪਈਆਂ ਨੇ, ਪਰ ਅੰਦਰੋਂ ਹੀ ਖੋਖਲਾ ਹੋ ਗਿਆ ਹੈ। ਇਹਦੇ ਘਰ ਵੱਡੇ ਵੱਡੇ ਨੇ, ਪਰ ਅੰਦਰੋਂ ਬੜਾ ਤੰਗਦਿਲ ਹੋ ਗਿਆ। ਬੜੀਆਂ ਉੱਚੀਆਂ ਬਿਲਡਿੰਗਾਂ ਇਸ ਨੇ ਬਣਾ ਲਈਆਂ ਨੇ, ਪਰ ਸੋਚ ਇਹਦੀ ਬਹੁਤ ਨੀਵੀਂ ਹੋ ਗਈ। ਇੰਨੀ ਨੀਵੀਂ ਹੋ ਗਈ ਹੈ ਕਿ ਵੱਡੇ ਵੱਡੇ ਰੁਤਬਿਆਂ 'ਤੇ ਬੈਠ ਕੇ ਵੀ ਇਹ ਮਨੁੱਖਾਂ ਨੂੰ ਕੀੜੇ ਮਕੌੜੇ ਸਮਝ ਕੇ ਉਹਨਾਂ ਨੂੰ ਮਾਰਨ ਵਿੱਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦਾ, ਕੋਈ ਝਿਜਕ ਮਹਿਸੂਸ ਨਹੀਂ ਕਰਦਾ। ਇੰਨੀ ਨੀਵੀਂ ਸੋਚ ਹੋ ਗਈ ਹੈ ਕਿ ਇਹ ਮਨੁੱਖ ਜਿਹੜਾ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਮਨੁੱਖਤਾ ਦਾ ਕਤਲੇਆਮ ਕਰਨ ਦੇ ਵਿੱਚ ਕੋਈ ਆਪਣਿਆਂ ਦੀ ਸ਼ਰਮ ਮਹਿਸੂਸ ਨਹੀਂ ਕਰਦਾ। ਇਹਦਾ ਕਾਰਨ ਕਿ ਮਨੁੱਖ ਅੰਦਰੋਂ ਬੜਾ ਹੀ ਨੀਵਾਂ ਹੋ ਚੁੱਕਾ ਹੈ, ਡਿੱਗ ਚੁੱਕਾ ਹੈ, ਕਿਉਂਕਿ ਇਹਨੂੰ ਬਾਹਰਲੀ ਜਾਣਕਾਰੀ ਦਾ ਭਰਮ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਗਿਆਨ ਪੈਦਾ ਨਹੀਂ ਹੁੰਦਾ, ਉਹਨਾਂ ਚਿਰ ਇਹ ਆਨੰਦ ਦੀ ਅਵਸਥਾ 'ਚ ਨਹੀਂ ਜਾ ਸਕਦਾ ਜਾਂ ਜੀਵਨ ਦਾ ਆਨੰਦ ਨਹੀਂ ਮਾਣ ਸਕਦਾ। ਇਹਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋ ਸਕਦੀ। ਲੋੜ ਹੈ ਅੱਜ ਗੁਰੂ ਕੀ ਪਵਿੱਤਰ ਬਾਣੀ ਦੇ ਰਾਹੀਂ ਅੰਦਰੋਂ ਗਿਆਨਵਾਨ ਹੋਣ ਦੇ ਲਈ। ਜਿਉਂ-ਜਿਉਂ ਆਪਾਂ ਗੁਰਬਾਣੀ ਨਾਲ ਜੁੜਾਂਗੇ, ਗੁਰਮਤ ਨੇ ਸਾਨੂੰ ਸਭ ਤੋਂ ਵੱਡਾ ਸਰੋਤ ਦਿੱਤਾ ਹੈ ਗੁਰਬਾਣੀ ਆਪਣੇ ਆਤਮਿਕ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ। ਜਿੱਥੇ ਗੁਰਬਾਣੀ ਰਾਹੀਂ ਅਸੀਂ ਗਿਆਨਵਾਨ ਹੋ ਕੇ ਸਮੁੱਚੀ ਮਾਨਵਤਾ 'ਚੋਂ ਪਰਮਾਤਮਾ ਨੂੰ ਦੇਖਣਾ ਹੈ। ਇਹ ਗਿਆਨਵਾਨ ਮਨੁੱਖ ਹੀ ਹੈ ਜਿਹੜਾ ਕਹਿੰਦਾ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗਿਆਨਵਾਨ ਮਨੁੱਖ ਜਦੋਂ ਸਮੁੱਚੀ ਮਾਨਵਤਾ 'ਚ ਪਰਮਾਤਮਾ ਨੂੰ ਦੇਖਦਾ ਹੈ ਤਾਂ ਉਹਦੇ ਅੰਦਰ ਫਿਰ ਇੱਕ ਪਰਉਪਕਾਰ ਦਾ ਉਮਾਹ ਪੈਦਾ ਹੁੰਦਾ ਹੈ। ਉਹ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਉਹਦੇ ਅੰਦਰ ਇੱਕ ਤੜਫ ਪੈਦਾ ਹੁੰਦੀ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਗਿਆਨਵਾਨ ਮਨੁੱਖ ਜਿਹੜਾ ਹੈ ਉਹ ਕਦੀ ਕਿਸੇ ਨੂੰ ਡਰਾਉਂਦਾ ਨਹੀਂ ਹੈ। ਜਾਣਕਾਰੀ ਮਨੁੱਖ ਦੇ ਕੋਲ ਜ਼ਿਆਦਾ ਹੋਏ, ਮਨੁੱਖ ਆਪ ਵੀ ਅੰਦਰੋਂ ਡਰਿਆ ਰਹਿੰਦਾ, ਲੋਕਾਂ ਨੂੰ ਡਰਾਉਂਦਾ ਹੈ। ਦਰਅਸਲ ਦੁਨੀਆ ਜਿੰਨੀਆਂ ਲੜਾਈਆਂ ਹੁੰਦੀਆਂ ਨੇ, ਇਹ ਡਰੇ ਹੋਏ ਲੋਕ ਹੀ ਦੂਜਿਆਂ ਨੂੰ ਡਰਾਉਂਦੇ ਨੇ। ਗਿਆਨਵਾਨ ਮਨੁੱਖ ਜਿਹੜਾ ਹੈ ਉਹ ਅੰਦਰੋਂ ਇੰਨਾ ਮਹਾਨ ਬਣ ਜਾਂਦਾ ਹੈ ਕਿ ਨਾ ਤਾਂ ਉਹ ਕਿਸੇ ਕੋਲੋਂ ਡਰਦਾ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੜੇ ਪਿਆਰੇ ਅੰਮ੍ਰਿਤ ਬਚਨ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨਵਾਨ ਉਹ ਹੈ ਜਿਹੜਾ ਨਾ ਡਰੇ ਅਤੇ ਨਾ ਕਿਸੇ ਨੂੰ ਡਰਾਏ। ਇਹ ਗਿਆਨ ਉਦੋਂ ਪੈਦਾ ਹੁੰਦਾ ਹੈ
ਜਦੋਂ ਆਪਾਂ ਗੁਰੂ ਕੀ ਪਵਿੱਤਰ ਬਾਣੀ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਅੰਦਰੋਂ ਸਹਿਜ ਵਿੱਚ ਜਾਵਾਂਗੇ, ਉਪਜੇ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਅੰਦਰ ਗਿਆਨ ਵਾਲੀ ਮਤ ਪੈਦਾ ਹੋਵੇਗੀ। ਜਦੋਂ ਅੰਦਰੋਂ ਸਹਿਜ ਪੈਦਾ ਹੋਵੇਗਾ, ਗਿਆਨ ਪੈਦਾ ਹੋਵੇਗਾ, ਫਿਰ ਉਪਜੇ ਗਿਆਨ, ਅੰਮ੍ਰਿਤ ਰਸ ਪੀਜੈ। ਦੁਰਮਤ ਜਿਹੜੀ ਹੈ ਖਤਮ ਹੁੰਦੀ ਹੈ, ਅੰਮ੍ਰਿਤ ਰਸ ਗਗਨੰਤਰ ਪੀਜੈ। ਮਨੁੱਖ ਦੇ ਅੰਦਰ ਅੰਮ੍ਰਿਤ ਰਸ ਵਰਦਾ ਹੈ। ਜਿਸ ਮਨੁੱਖ ਦੇ ਅੰਦਰ ਅੰਮ੍ਰਿਤ ਰਸ ਦੀ ਵਰਖਾ ਹੋਏਗੀ, ਉਹ ਤੇ ਜਿੱਧਰ ਦੇਖੇਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗਿਆਨ ਤੋਂ ਬਿਨਾ ਮਨੁੱਖ ਪਸ਼ੂ ਦੇ ਸਮਾਨ ਹੈ। ਗਿਆਨ ਤੋਂ ਬਿਨਾ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ। ਜੀਵਨ ਦਾ ਆਨੰਦ ਮਾਣਨ ਦੇ ਲਈ ਸਭ ਤੋਂ ਉੱਤਮ ਸਾਧਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਅੰਮ੍ਰਿਤ ਬਾਣੀ ਦੇ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਅਸੀਂ ਅੰਦਰੋਂ ਗਿਆਨਵਾਨ ਹੋਈਏ। ਉਹ ਗਿਆਨ ਅੰਦਰੋਂ ਪ੍ਰਗਟ ਹੋਣਾ ਹੈ, ਬਾਹਰਲੀ ਤੇ ਕੇਵਲ ਜਾਣਕਾਰੀ ਹੈ। ਅੰਦਰਲੇ ਗਿਆਨ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਾਂਗੇ। ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਕੇ ਆਪ ਗਿਆਨਵਾਨ ਹੋ ਕੇ ਮਾਨਵਤਾ ਦੇ ਭਲੇ ਲਈ ਵਿਚਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।